ਨੂੰ ਮਾਲਿਕ ਦਿੰਦਾ ਇਹਦਾ ਮੁਆਵਜ਼ਾ ਦਿੰਦਾ 200 ਰੁਪਇਆ ਦਿਹਾੜੀ ਦਿੰਦੇ ਨੇ। ਬੱਚਿਆਂ ਦੀ ਵੀ ਤੇ ਤੁਹਾਡੀ ਵੀ ਮਿਕਸ? ਹਾਂਜੀ ਮਿਕਸ। ਕੀ ਪਕਾਉਂਦੇ ਹੋ ਘਰ 'ਚ, ਕੀ ਖਾਂਦੇ ਹੋ? 200 ਰੁਪਏ ਦੇ ਨਾਲ ਕੀ ਪੱਕਦਾ ਘਰ 'ਚ? ਮਹਿੰਗਾਈ ਬੜੀ, ਬਸ ਕਦੀ ਪਕਾ ਲਈ ਤਾਂ ਕਦੀ ਨਹੀਂ ਪਕਾਈਦਾ, ਕਦੀ ਖਾਣ ਨੂੰ ਹੁੰਦਾ ਕਦੀ ਨਹੀਂ ਹੁੰਦਾ। ਸ਼ੌਹਰ ਦੀ ਯਾਦ ਆਉਂਦੀ? ਯਾਦ ਤੇ ਆਂਦੀ, ਫਿਰ ਕੀ ਕਰੀਏ ਜਦੋਂ ਉਹਨੂੰ ਸਾਡੀ ਫਿਕਰ ਨਹੀਂ ਸੀ। ਜਦੋਂ ਮੌਸਮ ਖਰਾਬ ਹੁੰਦਾ ਹੈ ਭੁੱਖੇ ਰਹਿੰਦੇ ਹੋ? ਮਜਬੂਰੀ ਰਹਿਣਾ ਪੈਂਦਾ, ਫਿਰ ਜਦੋਂ ਕੰਮ ਹੀ ਨਹੀਂ ਹੁੰਦਾ ਤੇ ਪੈਸੇ ਕਿੱਥੋਂ ਆਣੇ ਨੇ। अस्सलाम वालेकुम, आप टीवी से मैं हूं फैसल खान सूरी। आज मैं भट्टे पे मौजूद हूं जहां पे ईंटें तैयार की जाती हैं। हमारी नई नस्ल को मालूम ही नहीं है कि ईंटें कहां तैयार की जाती हैं। शायद वो समझते हैं कि ईंटें तंदूर के अंदर तैयार की जाती हैं, लेकिन ऐसा नहीं है। ईंटें उस भट्टे में तैयार की जाती हैं जिसको यहाँ के लोग सिगरेट भी कहते हैं। यहाँ पे बहुत सी ख़वातीन, बहुत से बच्चे, बहुत से बूढ़े लोग काम करते हैं और बहुत सी ख़वातीन की और बच्चों की कहानियाँ जब मैंने सुनी तो मैं खुद इमोशनल हो गया कि ये किस तरह से मेहनत करते हैं। हम लाखों रुपए कमा लेते हैं लेकिन अल्लाह ताला का शुक्र अदा नहीं कर पाते। लेकिन यहाँ पे लोग सुबह तकरीबन 3 बजे आते हैं, नमाज फजर से भी पहले यहाँ पे पहुँचते हैं और फिर यहाँ पे तकरीबन 3-4 बजे तक यहाँ पे काम करते हैं। और ये जो खतून यहाँ पे बैठ के ईंटें बना रही है और ये मट्टी पकड़ती है, रेत के अंदर मिक्स करती है और फिर उस बॉक्स के अंदर डालती है और फिर उसके अंदर बनाती है, तो ये औरत प्रेग्नेंट है, माँ बनने वाली है। इसका शौहर इसको छोड़कर चला गया, इसके बच्चे भी हैं 2 और एक बच्चा दुनिया में आने वाला है। इसी से जानते हैं ये क्यों यहाँ पर काम करती है, क्या मजबूरी है और यहाँ पे कितना कमाती है। की ना है थोड़ा? ਮੁਹੰਮਦ ਬੀਬੀ। ਮੁਹੰਮਦ ਬੀਬੀ। ਮੁਹੰਮਦ ਬੀਬੀ ਕਿੰਨੇ ਅਰਸੇ ਤੋਂ ਇੱਥੇ ਕੰਮ ਕਰਦੇ ਪਏ ਹੋ? ਮੈਨੂੰ 7-8 ਸਾਲ ਹੋ ਗਏ। 7-8 ਸਾਲ ਹੋ ਗਏ ਨੇ। ਕੀ ਮਜਬੂਰੀ ਬਣੀ ਕਿ ਤੁਹਾਨੂੰ ਇੱਥੇ ਆ ਕੇ ਕੰਮ ਕਰਨਾ ਪਿਆ? ਮੇਰੇ ਮੀਆਂ ਚਲੇ ਗਏ 2 ਸਾਲ ਹੋ ਗਏ ਨੇ, ਉਹਨਾਂ ਨੂੰ ਛੱਡ ਕੇ ਅਸੀਂ ਰਲ ਕੇ ਇੱਥੇ ਰਹਿੰਦੇ ਸਾਂ। ਕਿਉਂ ਛੱਡ ਕੇ ਗਏ ਸੀ? ਨਸ਼ਾ ਕਰਦੇ ਸੀ। ਕਿੰਨੇ ਅਰਸੇ ਤੋਂ? ਉਹਨਾਂ ਨੂੰ 2 ਸਾਲ ਹੋ ਗਏ ਨੇ। 2 ਸਾਲ ਤੋਂ ਨਸ਼ਾ ਕਰਦੇ ਪਏ ਸੀ ਤੇ ਹੁਣ ਕਿੱਥੇ ਗਏ ਨੇ? ਨਸ਼ਾ ਕਰਦੇ ਸੀ, ਛੱਡ ਕੇ ਚਲੇ ਗਏ ਨੇ, ਕੋਈ ਪਤਾ ਨਹੀਂ ਕਿੱਥੇ ਗਏ ਨੇ। ਤੇ ਵਿਆਹ ਕਿਸ ਤਰ੍ਹਾਂ ਹੋਇਆ ਸੀ ਤੁਹਾਡਾ? ਪਸੰਦ ਦੀ ਸ਼ਾਦੀ ਕੀਤੀ ਸੀ। ਤੁਹਾਡੇ ਦੋਵਾਂ ਦੀ? ਹਾਂਜੀ। ਤੇ ਕਿਸ ਤਰ੍ਹਾਂ ਪਸੰਦ ਕੀਤਾ ਸੀ? ਉਹਨੇ ਪਸੰਦ ਕੀਤਾ ਸੀ ਜਾਂ ਤੁਸੀਂ ਕੀਤਾ ਸੀ? ਉਹਨੇ ਪਸੰਦ ਕੀਤਾ ਸੀ। ਕਿਸ ਤਰ੍ਹਾਂ ਉਹਨੇ ਪ੍ਰਪੋਜ਼ ਕੀਤਾ ਸੀ ਤੁਹਾਨੂੰ? ਅਸੀਂ ਇੱਥੇ ਰਹਿੰਦੇ ਸਾਂ ਬਾਵਲਪੁਰ 16 ਚੱਕ ਦੇ ਵਿੱਚ, ਅੱਛਾ। ਤੇ ਉੱਥੇ ਹੀ ਬਸ ਪਸੰਦ ਦੀ ਸਪਾਰਾ ਪੜਨ ਜਾਈਦਾ ਸੀ, ਉੱਥੋਂ ਹੀ ਪਸੰਦ ਦੀ ਸ਼ਾਦੀ ਹੋਈ। ਉਹਨੇ ਕੀ ਕਿਹਾ ਸੀ ਤੁਹਾਨੂੰ? ਉਹਨੇ ਕਿਹਾ ਸੀ ਮੈਂ ਸ਼ਾਦੀ ਕਰਾਂਗਾ। ਮੇਰੇ ਅੰਮੀ ਅੱਬੂ ਨਹੀਂ ਨਾ ਹਨ। ਅੱਛਾ। ਅੰਮੀ ਅੱਬੂ ਫੌਤ ਹੋਏ ਨੇ। ਕਿੰਨਾ ਅਰਸਾ ਹੋਇਆ ਸੀ ਤੁਹਾਡੇ ਵਿਆਹ ਨੂੰ? ਸਾਡੇ ਵਿਆਹ ਨੂੰ 10 ਸਾਲ ਹੋ ਗਏ। ਤੇ ਉਹ ਕਿਉਂ ਛੱਡ ਕੇ ਗਿਆ? ਉਹਨੂੰ ਪਤਾ ਨਹੀਂ ਕਿ ਬੱਚੇ ਪੈਦਾ ਕਰਦਾ ਪਿਆ ਹੈ, ਮਜਬੂਰੀਆਂ ਹੈਗੀਆਂ, ਖਰਚੇ ਕਿਸ ਤਰ੍ਹਾਂ ਪੂਰੇ ਹੋਣਗੇ ਘਰ ਦੇ? ਨਸ਼ਾ ਕਰਦਾ ਸੀ ਨਾ, ਉਹਨੂੰ ਆਪਣੇ ਨਸ਼ੇ ਪੈ ਗਿਆ ਸੀ। ਅੱਛਾ। ਤੇ ਫਿਰ ਜਦੋਂ ਬੰਦਾ ਨਸ਼ਾ ਕਰ ਰਿਹਾ ਫਿਰ ਬੰਦੇ ਨੂੰ ਆਪਣੀ ਫਿਕਰ ਹੁੰਦੀ, ਬੱਚਿਆਂ ਬੀਵੀ ਦੀ ਤਾਂ ਨਹੀਂ ਨਾ ਹੁੰਦੀ। ਮੈਂ ਇੱਥੇ ਵੇਖਿਆ ਕਿ ਤੁਹਾਡੇ ਬੱਚੇ ਵੀ ਇੱਟਾਂ ਬਣਾਉਂਦੇ ਪਏ ਨੇ, ਉਹ ਵੀ ਇੱਥੇ ਹੀ ਕੰਮ ਕਰਦੇ ਪਏ ਨੇ? ਫਿਰ ਮਜਬੂਰੀ ਹੈ ਨਾ, ਮੇਰੇ ਨਾਲ ਰਲ ਕੇ ਹੀ ਕੰਮ ਕਰਦੇ ਨੇ। ਅਸੀਂ ਤਿੰਨੇ ਮਾਂ ਪੁੱਤਰ ਆਨੇ ਆ ਤੇ ਰਲ ਕੇ ਮਤਲਬ ਕਿ ਕੰਮ ਕਰੀਦਾ। ਤੇ ਤੁਹਾਨੂੰ ਮਾਲਿਕ ਦਿੰਦਾ ਇਹਦਾ ਮੁਆਵਜ਼ਾ ਦਿੰਦਾ? 200 ਰੁਪਇਆ ਦਿਹਾੜੀ ਦਿੰਦੇ ਨੇ। ਬੱਚਿਆਂ ਦੀ ਵੀ ਤੇ ਤੁਹਾਡੀ ਵੀ ਮਿਕਸ? ਹਾਂਜੀ ਮਿਕਸ। ਸਿਰਫ 200 ਰੁਪਇਆ? 200 ਰੁਪਇਆ ਦਿਹਾੜੀ ਦਿੰਦੇ ਨੇ। ਤੇ 200 ਚ ਕੀ ਖਾਂਦੇ ਹੋਣੇ ਤੁਸੀਂ? ਅਸੀਂ ਇਹਨਾਂ ਦਾ ਕਰਜ਼ਾ ਦੇਣਾ 7 ਲੱਖ ਰੁਪਇਆ ਪੱਠੇ ਤੇ। ਉਹ ਕਿਉਂ ਲਿੱਤਾ ਸੀ? ਥੋੜਾ ਥੋੜਾ ਕਰਕੇ ਲੈਂਦੇ ਰਹੇ ਸੀ। ਤੁਸੀਂ ਲਿੱਤਾ ਸੀ? ਮੇਰੇ ਮੀਆਂ ਨੇ ਲਿੱਤਾ ਸੀ। ਅੱਛਾ। ਹਾਂਜੀ। ਕਿਸ ਮਕਸਦ ਲਈ ਲਿੱਤਾ ਸੀ? ਬਸ ਥੋੜਾ ਥੋੜਾ ਕਰਕੇ ਖਾਂਦੇ ਰਹਿਣ, ਆਪਣਾ ਨਸ਼ਾ ਕਰਦੇ ਸੀ, ਕੰਮ ਕਰ ਰਹੇ ਸੀ ਨਾ, ਤੇ ਮਾਲਕ ਦੇ ਦਿੰਦਾ ਸੀ ਜਦੋਂ ਮੰਗੀਦੇ ਸੀ। ਤੇ ਬਸ ਉਹ ਛੱਡ ਕੇ ਚਲਾ ਗਿਆ, ਹੁਣ 4 ਮਹੀਨੇ ਹੋ ਗਏ ਨੇ ਗਏ ਨੂੰ। ਤੇ ਉਹ ਕਿਸ ਤਰ੍ਹਾਂ ਕਰਜ਼ਾ ਲਾਓਗੇ ਹੁਣ? 200 ਰੁਪਏ ਦੇ ਨਾਲ ਕਰਜ਼ਾ ਤੇ ਨਹੀਂ ਲੱਗਦਾ ਨਾ? ਬਸ ਉਹ ਹੋਰ ਜ਼ਿਆਦਾ ਚੜ ਗਿਆ ਸੀ ਨਾ, ਹੁਣ ਲਾ ਤੇ ਨਹੀਂ ਸਕਦੇ। ਫਿਰ ਆਪਣਾ ਇੱਥੇ ਇਹਨਾਂ ਦੇ ਪੱਠੇ ਤੇ ਰਹੀਦਾ, ਮਿਹਨਤ ਮਜ਼ਦੂਰੀ ਤੁਹਾਡੇ ਸਾਹਮਣੇ ਹੀ ਹੈ। ਇੰਨੀ ਗਰਮੀ ਵਿੱਚ ਕਰ ਰਹੇ ਆ। ਸਵੇਰ ਕਿੰਨੇ ਵਜੇ ਆਉਂਦੇ ਹੋ, ਸਟਾਰਟ ਕਰਦੇ ਹੋ ਕੰਮ, ਤੇ ਕਿੰਨੇ ਵਜੇ ਰੋਕਦੇ ਹੋ ਕੰਮ? ਸਵੇਰ ਅਸੀਂ 3 ਵਜੇ ਇੱਥੇ ਆਉਂਦੇ ਆ। ਫਜਰ ਦੀ ਨਮਾਜ਼ ਤੋਂ ਪਹਿਲੇ? ਹਾਂਜੀ। ਅੱਛਾ। ਤੇ ਜਾਂਦੇ ਕਿੰਨੇ ਵਜੇ? 3-4 ਵਜੇ ਜਾਂਦੇ ਆ। ਤੁਸੀਂ ਮਾਂ ਵੀ ਬਣਨ ਵਾਲੇ ਹੋ ਤੇ ਇੰਨੀ ਮਿਹਨਤ ਕਰਦੇ ਹੋ ਧੁੱਪ 'ਚ ਬਹਿ ਕੇ, ਤੇ ਤਕਲੀਫ ਨਹੀਂ ਹੁੰਦੀ? ਤਕਲੀਫ ਤੇ ਹੁੰਦੀ ਨਾ, ਫਿਰ ਪੇਟ ਵੀ ਤੇ ਪਾਲਣਾ ਨਾ, ਖਾਣਾ ਕਿੱਥੋਂ? ਕਮਾਵਾਂਗੇ ਨਹੀਂ ਤੇ ਖਾਵਾਂਗੇ ਕਿੱਥੋਂ? ਛੋਟੇ ਛੋਟੇ ਬੱਚੇ ਨੇ, ਮਿਹਨਤ ਨਹੀਂ ਕਰਾਂਗੇ ਤੇ ਖਾਵਾਂਗੇ ਕਿੱਥੋਂ? ਕੀ ਪਕਾਉਂਦੇ ਹੋ ਘਰ 'ਚ, ਕੀ ਖਾਂਦੇ ਹੋ? 200 ਰੁਪਏ ਦੇ ਨਾਲ ਕੀ ਪੱਕਦਾ ਘਰ 'ਚ? ਮਹਿੰਗਾਈ ਬੜੀ, ਬਸ ਕਦੀ ਪਕਾ ਲਈ ਤਾਂ ਕਦੀ ਨਹੀਂ ਪਕਾਈਦਾ, ਕਦੀ ਖਾਣ ਨੂੰ ਹੁੰਦਾ ਕਦੀ ਨਹੀਂ ਹੁੰਦਾ। ਕੋਈ ਆਂਦਾ ਹੈ ਮਦਦ ਕਰਨ ਲਈ? ਨਹੀਂ, ਕੋਈ ਵੀ ਨਹੀਂ ਆਂਦਾ। ਅੱਜ ਕੱਲ੍ਹ ਦੇ ਦੌਰ 'ਚ ਕੋਈ ਨਹੀਂ ਕਿਸੇ ਨੂੰ ਪੁੱਛਦਾ। ਇੱਥੇ ਮਰਦ ਵੀ ਕੰਮ ਕਰਦੇ ਨੇ ਤੁਹਾਡੇ ਦਰਮਿਆਨ, ਤੇ ਬੁੱਢੇ ਬਾਬੇ ਵੀ ਕੰਮ ਕਰਦੇ ਨੇ, ਕਦੇ ਕਿਸੇ ਨੇ ਤੰਗ ਨਹੀਂ ਕੀਤਾ? ਕਰਦੇ ਨੇ, ਬਸ ਕੰਮ ਰਲ ਮਿਲ ਕੇ ਕਰ ਲਈਦਾ। ਫਿਰ ਮਜਬੂਰੀ ਹੈ, ਕੋਈ ਬੁਰੀ ਗੱਲ ਕਰ ਵੀ ਲਵੇ ਤੇ ਫਿਰ ਮਜਬੂਰੀ ਹੈ।
ਬਰਦਾਸ਼ਤ ਕਰ ਲੈਂਦੇ। ਕਰ ਲਈਦੀ ਬਰਦਾਸ਼ਤ, ਬੱਚਿਆਂ ਦੀ ਖਾਤਰ ਕਰ ਲਈਦੀ। ਇਹ ਪੱਠਾ ਤੇ ਇੱਥੇ ਆਮ ਰੋਡ ਤੇ ਜਾਂ ਆਮ ਜਗ੍ਹਾ ਤੇ ਘੱਟ ਥੋੜੀ ਗਰਮੀ ਹੁੰਦੀ, ਪੱਠੇ ਦੇ ਨਜ਼ਦੀਕ ਤੇ ਬਹੁਤੀ ਗਰਮੀ ਹੁੰਦੀ ਜਦੋਂ ਚੱਲਦਾ ਹੈ। ਇੱਟਾਂ ਪਕਾਈ ਦੀਆਂ ਨੇ ਨਾ, ਉੱਥੇ ਜ਼ਿਆਦਾ ਗਰਮੀ ਹੁੰਦੀ, ਅੱਗ ਬਾਲੀ ਦੀ ਨਾ ਉੱਥੇ। ਤੁਹਾਡੇ ਸਿਹਤ ਲਈ ਨੁਕਸਾਨਦੇਹ ਨਹੀਂ ਹੈਗਾ? ਮਜਬੂਰੀ ਦਾ ਨਾ ਸ਼ੁਕਰੀਆ, ਫਿਰ ਕੋਈ ਹੋਰ ਹੈ ਨਹੀਂ ਨਾ ਦੇਣ ਵਾਲਾ, ਕਰਨ ਵਾਲਾ, ਕਮਾਉਣ ਵਾਲਾ, ਭੈਣ ਭਰਾ ਮਾਂ ਪਿਓ ਕੋਈ ਵੀ ਨਹੀਂ, ਤੇ ਫਿਰ ਮਜਬੂਰੀ ਦੀ ਖਾਤਰ ਕਰਨਾ ਪੈਂਦਾ। ਸ਼ੋਹਰ ਦੀ ਯਾਦ ਆਉਂਦੀ? ਯਾਦ ਤੇ ਆਂਦੀ, ਫਿਰ ਕੀ ਕਰੀਏ ਜਦੋਂ ਉਹਨੂੰ ਸਾਡੀ ਫਿਕਰ ਨਹੀਂ ਸੀ। ਕਦੇ ਦਿਲ ਨਹੀਂ ਕੀਤਾ ਕਿ ਮੈਂ ਦੂਜਾ ਵਿਆਹ ਕਰ ਲਾਂ, ਮੈਂ ਵੀ ਆਪਣੀ ਜ਼ਿੰਦਗੀ ਖੂਬਸੂਰਤ ਕਰਾਂ? ਨਹੀਂ, ਦੂਜਾ ਵਿਆਹ ਨਹੀਂ ਕਰਨਾ, ਉਹ ਨਾ ਦਿਲ ਕਰਦਾ। ਆਪਣੇ ਬੱਚੇ ਹਨ ਨਾ, ਸ਼ੁਕਰ ਹੈ ਅੱਲਾ ਦਾ। ਬੱਚੇ ਰੋਂਦੇ ਨਹੀਂ ਕਿ ਅੱਬਾ ਕਿੱਥੇ ਗਿਆ? ਰੋਂਦੇ ਤੇ ਹਨ ਬੱਚੇ, ਫਿਰ ਕੀ ਕਰੀਏ ਹੁਣ। ਕੀ ਆਪਣੇ ਬੱਚਿਆਂ ਦਾ ਮੁਸਤਕਬਲ ਕੀ ਸੋਚਿਆ, ਕੀ ਕਰਨਗੇ ਵੱਡੇ ਹੋ ਕੇ? ਉਹ ਵੀ ਇਹੀ ਕੰਮ ਕਰਨਗੇ? ਫਿਰ ਕੀ ਕਰੀਏ, ਜੋ ਮਾਂ ਬਾਪ ਨੇ ਕਰਨਾ ਬੱਚਿਆਂ ਨੇ ਤੇ ਉਹੀ ਕਰਨਾ। ਬੜਾ ਦਿਲ ਕਰਦਾ ਸਕੂਲ ਵੀ ਪੜ੍ਹਾਈਏ, ਅੱਛਾ ਖਾਣ ਨੂੰ ਵੀ ਦਈਏ, ਪਰ ਨਹੀਂ ਹੁੰਦਾ, ਫਿਰ ਕੀ ਕਰੀਏ। ਇੱਕ ਦਿਨ 'ਚ ਕਿੰਨੀਆਂ ਇੱਟਾਂ ਤਿਆਰ ਕਰਦੇ ਹੋ? ਇਹ ਸਾਰੀਆਂ ਮਤਲਬ ਕਿ ਬਣਾ ਲਈਆਂ ਨੇ, 500 ਇੱਟ ਬਣ ਜਾਂਦੀ। ਹਾਂਜੀ। ਤੇ ਮਾਲਿਕ ਜਦੋਂ ਬਾਰਿਸ਼ ਹੁੰਦੀ ਹੈ ਜਾਂ ਮੌਸਮ ਖਰਾਬ ਹੁੰਦਾ ਹੈ, ਉਦੋਂ ਕੰਮ ਨਹੀਂ ਹੋ ਰਿਹਾ ਹੁੰਦਾ ਇੱਥੇ, ਤੇ ਉਹ ਕਿਸ ਤਰ੍ਹਾਂ ਫਿਰ 200 ਰੁਪਏ ਦਿਹਾੜੀ ਵੀ ਮਰ ਜਾਂਦੀ ਹੈ? 200 ਰੁਪਇਆ ਦਿਹਾੜੀ ਫਿਰ ਕਿੱਥੋਂ ਆਣੀ, ਜਦੋਂ ਕੰਮ ਨਹੀਂ ਕਰਨਾ ਫਿਰ ਦਿਹਾੜੀ ਕਿੱਥੋਂ ਇੱਕ ਆਣੀ। ਦਿਨ ਭੁੱਖੇ ਰਹਿੰਦੇ ਹੋ ਫਿਰ? ਰਹਿਣਾ ਪੈਂਦਾ ਫਿਰ, ਜਦੋਂ ਮੌਸਮ ਖਰਾਬ ਹੁੰਦਾ ਹੈ ਭੁੱਖੇ ਰਹਿੰਦੇ ਹੋ? ਮਜਬੂਰੀ ਰਹਿਣਾ ਪੈਂਦਾ ਫਿਰ, ਜਦੋਂ ਕੰਮ ਹੀ ਨਹੀਂ ਹੁੰਦਾ ਤੇ ਪੈਸੇ ਕਿੱਥੋਂ ਆਣੇ ਨੇ, ਫਿਰ ਰਹਿਣਾ ਪੈਂਦਾ। ਤੇ ਰਹਿੰਦੇ ਕਿੱਥੇ ਹੋ ਤੁਸੀਂ? ਇੱਥੇ ਪੱਠੇ ਤੇ ਹੀ ਰਹੀਦਾ, ਨਜ਼ਦੀਕ ਹੀ। ਤੇ ਨਾਲ ਹੀ? ਹਾਂਜੀ। ਤੇ ਬਿਜਲੀ ਹੈਗੀ ਹੈ, ਪਾਣੀ ਹੈਗਾ? ਨਲਕਾ ਲੱਗਾ ਹੋਇਆ ਇੱਥੇ, ਬਿਜਲੀ ਹੈ, ਕਦੀ ਆਈ ਜਾਂਦੀ ਕਦੀ ਚਲੀ ਜਾਂਦੀ। ਜੇ ਜਿਹੜੇ ਬੜੇ ਹੈਸੀਅਤ ਰੱਖਦੇ ਨੇ, ਸਾਹਬੇ ਇਸਤਤਾਤ ਹੈਗੇ ਨੇ, ਉਹ ਲੋਕ ਅਗਰ ਤੁਹਾਡੀ ਮਦਦ ਕਰਨਾ ਚਾਹਣ तो मैं ਤੁਹਾਡਾ ਸਕਰੀਨ ਤੇ ਉੱਤੇ ਨੰਬਰ ਚਲਾ ਦਾਂ? ठीक है, चला दो। नहीं जी, इनकी रज़ामंदी से मैं इन स्क्रीन पे नंबर दे रहा हूँ, और ताकि आप में से जो लोग इनकी मदद करना चाहते हैं, चूँकि ये माँ बनने वाली हैं, बच्चा दुनिया में आने वाला है, और मेरी ख्वाहिश है, मेरी ज़ाती ख्वाहिश है कि अल्लाह ताला उसका मुस्तकबिल बेहतर करे, क्योंकि बच्चे हम इसलिए पैदा नहीं करते कि उनको गुर्बत दिखाई जाए, उनको भी हम वही कुछ दिखाएं जो हमने फ़ेस किया होता है, बल्कि ज़िंदगी में कामयाब वही होता है जो अपने बच्चों को मुस्तकबिल बेहतर देकर जाए, उनको तालीम दे। हमारे मुल्क में ये शायद बेहिस्सी है कि सिर्फ हम रमज़ान के दिनों में ज़कात निकाल देते हैं और फिर शायद भूल जाते हैं कि हमारे मुल्क में गुर्बत है, हम किसी की मदद करना पसंद नहीं करते। और आजकल आपको पता ही है कितनी महंगाई हो चुकी है, किस तरह के हालात हैं, उन हालात में से गुज़र कर फिर भी दिल बर्दाश्त नहीं हुई ये ख़तून, और फिर भी हिम्मत नहीं हारी कि मैं ख़ुदकुशी कर लूँगी, या मैं अपने बच्चों का पेट नहीं पाल सकती तो मैं मर जाऊँगी, जहर खा लूँगी, अपने बच्चों को जहर दे दूँगी। इसकी हिम्मत देखिए कि माँ बनने वाली है, और फिर भी ये ख़तून यहाँ पे धूप में, सूरज ऊपर है, मुझसे ये बर्दाश्त नहीं हो रहा कि मैं यहाँ पे बैठूँ। ये ख़तून किस तरह से हिम्मत करके यहाँ पे काम कर रही है, ये अप्रिशिएट करने वाली बात है। मैं यहाँ पे थोड़ा वक्त गुजारूंगा और देखूंगा किस तरह से ये काम करती हैं, और मैं ख़ुद भी काम करके देखूंगा कि किस तरह से यहाँ पे मेहनत की जाती है। हम तो बहुत सुकून के साथ एसी में बैठ के आराम कर लेते हैं, और हम कहते हैं कि यार बड़ी घट पेगी साड़ी, तो इनसे सीखिए कि असल मेहनत ये कर रहे होते हैं। असल मेहनत ये लोग कर रहे होते हैं कि जिनके पास कुछ नहीं होता फिर भी अल्लाह का शुक्र अदा कर रहे होते हैं। इसी के साथ मुझे दीजिए इजाज़त, अल्लाह ने के बाद।